मेरे हत्थां दे विच जो तुसी देख सकते हो इस नूं हस्ती दंत भसम कहा जाता है। इहदा अर्थ हुंदा है कि यह हाथी दे दंदां दे नाल भसम तैयार की जाती है कि जो गंजे हो गए ने जिन्हां दी टिंड निकल आई है उन्हां दे सिर ते हस्ती दंत भसम लाण दे नाल उन्हां दे गए हुए वाल दोबारा वापस आ जाणगे। मेरे लिए इहदे ते यकीन करना इस करके नहीं बनता क्योंकि मैनूं ऐ लगता कि हाथी दंदां दे नाल बनी हुई है और किते ना किते लोग ये भी समझते हैं कि वो क्रूअल्टी एक्ट हो जाता है जानवरों के उत्ते। 5000 साल पुराना ग्रंथ है जिसनों सुश्रुत संहिता कहा जाता है और कहा यह भी जाता है कि आयुर्वेद तो इस चीज़ की शुरुआत हुई सी। वैद साहब मेरे नाल ने और दावा करते पे है कि हस्ती दंत भसम लाण दे नाल इत्थे वाल दोबारा आ जाणगे। ਜਿਹੜੇ हेयर ट्रांसप्लांट कराउण ਜਾਂਦੇ ਨੇਗੇ ਉਹ ਲੱਖਾਂ ਰੁਪਏ ਖਰਚ ਕਰਕੇ ਆਉਂਦੇ ਨੇ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਮਿਲਦਾ, ਉਹ ਵੀ ਸਾਨੂੰ ਲੋਕ ਆ ਕੇ ਦਿਖਾਉਂਦੇ ਨੇਗੇ ਉਹਨਾਂ ਦੀ ਜਿਸ ਜਗ੍ਹਾ ਤੋਂ ਹੇਅਰ ਨੂੰ ਪਿਕ ਕੀਤਾ ਜਾਂਦਾ ਹੈਗਾ ਉੱਥੇ ਦੁਬਾਰਾ ਹੇਅਰ ਨਹੀਂ ਆਉਂਦੇ ਹੈਗੇ। ਆਪਾਂ ਨੂੰ ਇਹ ਸਮਝਣਾ ਪਏਗਾ ਕਿ ਆਪਾਂ ਨੂੰ ਡੀਪ ਪੈਨੀਟ੍ਰੇਟ ਕਰਕੇ ਉਸ ਦਵਾਈ ਨੂੰ ਅੰਦਰ ਤੱਕ ਪਹੁੰਚਾਉਣਾ ਜਿੱਥੇ ਸਾਡੇ ਫੋਲੀਕਲਸ ਹੈ, ਜਿੱਥੇ ਹੇਅਰ ਬੱਲਬ ਹੈ। ਇਹ ਆਯੁਰਵੇਦ ਤਰੀਕਾ ਹੈ ਉਹਨੂੰ ਕਰਨ ਦਾ। ਆਯੁਰਵੇਦ ਤਰੀਕਾ ਹੈ ਬਿਨਾਂ ਕਿਸੇ ਸਾਈਡ ਇਫੈਕਟ ਦੇ ਹੇਅਰ ਫੋਲੀਕਲ ਨੂੰ ਬਣਾਉਣ ਦਾ ਤੇ ਸਟਿਮੂਲੇਟ ਕਰਨ। इस 5000 साल पुराने ग्रंथ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਹਸਤੀ ਦੰਤ ਭਸਮ ਜਿਹੜੀ ਹੈਗੀ ਹੈ ਜੇ ਤੁਹਾਡੇ ਹੱਥ ਤੇ ਵੀ ਕਿਤੇ ਉਹ ਭਸਮ ਲੱਗ ਜਾਏਗੀ ਤਾਂ ਉੱਥੇ ਵਾਲ ਉਗਣਗੇ। ਸਭ ਇੱਕ ਗੱਲ ਨੂੰ ਸਮਝ ਲਓ, ਜਦ ਵੀ ਤੁਹਾਨੂੰ ਹੇਅਰ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਹੇਅਰ ਵੱਲ ਘੱਟ ਧਿਆਨ ਦਿਓ, ਪਹਿਲਾਂ ਲਿਵਰ ਵੱਲ ਦਿਓ। ਅਸੀਂ ਸਸਤਾ ਔਰ ਸੌਖਾ ਇਲਾਜ ਲੋਕਾਂ ਤੱਕ ਪਹੁੰਚਾਉਣਾ ਹੈਗਾ। ਬਹੁਤ ਤਰ੍ਹਾਂ ਦੇ ਮਰੀਜ਼ ਇੱਥੇ ਅਸੀਂ ਵੈਰਾਈਟੀ ਆਫ ਮਰੀਜ਼, ਮੈਂ ਕਹਿੰਦਾ ਸ਼ਾਇਦ ਇੰਨੀ ਵੈਰਾਈਟੀ ਕਿਸੇ ਬੜੇ ਹਸਪੀਟਲ 'ਚ ਨਾ ਹੋਣ ਜਿੰਨੀ ਮੇਰੇ ਕੋਲ ਹੈਗੀ ਹੈ। ਆ ਮੇਰੇ ਹੱਥਾਂ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਇਸ ਨੂੰ ਹਸਤੀ ਦੰਤ ਭਸਮ ਕਿਹਾ ਜਾਂਦਾ ਹੈ। ਇਹਦਾ ਅਰਥ ਹੁੰਦਾ ਹੈ ਕਿ ਇਹ ਹਾਥੀ ਦੇ ਦੰਦਾਂ ਦੇ ਨਾਲ ਭਸਮ ਤਿਆਰ ਕੀਤੀ ਜਾਂਦੀ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਵੈਦ ਸਾਹਿਬ ਕਹਿੰਦੇ ਨੇ ਕਿ ਜੋ ਗੰਜੇ ਹੋ ਗਏ ਨੇ ਜਿਨ੍ਹਾਂ ਦੀ ਟਿੰਡ ਨਿਕਲ ਆਈ ਹੈ ਉਹਨਾਂ ਦੇ ਸਿਰ ਤੇ ਇਹ ਹਸਤੀ ਦੰਤ ਭਸਮ ਲਾਣ ਦੇ ਨਾਲ ਉਹਨਾਂ ਦੇ ਗਏ ਹੋਏ ਵਾਲ ਦੁਬਾਰਾ ਵਾਪਸ ਆ ਜਾਣਗੇ। हेयर ट्रांसप्लांट करांदे ने लोग जा जा के 50-50 हज़ार ਲੱਖ रुपया लगा के सर्जरियां होंदियां ने लेकिन फिर भी उन्होंने उस चीज़ का किते जाके कोई फायदा नहीं हुंदा। लेकिन आयुर्वेद कहता ये 5000 साल पुराना ग्रंथ है जिसनों सुश्रुत संहिता कहा जाता है और कहा यह भी जाता है कि आयुर्वेद तो इस चीज़ की शुरुआत हुई सी। ਵੱਡੇ ਵੱਡੇ ਸਰਜਰੀ ਕਰਨ ਵਾਲੇ ਸੁਸ਼ਰੂਤ ਦੀਆਂ ਤਸਵੀਰਾਂ ਆਪਣੇ ਕੈਬਿਨਾਂ ਦੇ ਵਿੱਚ ਟੰਗਦੇ ਨੇ। ਵੱਡੇ ਵੱਡੇ ਹਸਪਤਾਲਾਂ ਦੇ ਡਾਕਟਰ ਜੋ ਹੁੰਦੇ ਨੇ ਉਹ ਇਸ ਸੁਸ਼ਰੂਤ ਦੀਆਂ ਤਸਵੀਰਾਂ ਨੂੰ ਆਪਣੇ ਕਮਰਿਆਂ ਦੇ ਵਿੱਚ ਲਗਾਉਂਦੇ ਨੇ ਔਰ ਮੇਰੇ ਠੀਕ ਨਾਲ ਜਿੱਥੇ ਤੁਸੀਂ ਦੇਖ ਰਹੇ ਹੋ ਅੱਜ ਪਰਛੰਨਾ ਹੋ ਰਿਹਾ ਹੈ। ਇਸ ਨੂੰ ਪਰਛੰਨਾ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਜਿਸ ਨੂੰ ਤੁਸੀਂ ਹੇਅਰ ਟਰਾਂਸਪਲਾਂਟ ਕਹਿੰਦੇ ਹੋ। आयुर्वेद वाले पासे आ जाओगे तो उसनों परछन्ना कहते ने और 5000 साल पुराना एक ग्रंथ परछन्ने की गवाही भरदा है। वैद साहब मेरे नाल ने और दावा करते पे है कि हस्ती दंत भसम लाण दे नाल कुछ ही समय बाद मतलब कि कुछ दिनों बाद इत्थे वाल दोबारा आ जाणगे। यकीन कर ਲਾਂ ਤੁਹਾਡੀ ਗੱਲ ਤੇ। ਮੈਂ ਤਾਂ ਜੀ ਤੁਹਾਡੇ ਸਾਹਮਣੇ ਕਰਕੇ ਦਿਖਾਵਾਂਗੇ, ਨਾਲੇ ਜਿਸ ਚੀਜ਼ਾਂ ਨੂੰ ਗ੍ਰੰਥ ਦੱਸਦੇ ਹੈ, ਸ਼ਾਸਤਰਾਂ ਜੋ ਲੇਖ ਹੈ, ਆਪਾਂ ਨੂੰ ਕਿਵੇਂ ਝੁਠਲਾ ਸਕਦੇ ਹਾਂ। ਮੈਂ ਜੋ ਆਪਣਾ ਐਕਸਪੀਰੀਅੰਸ ਕੀਤਾ ਹੈ, ਜੋ ਮੈਂ ਸਿੱਖ ਕੇ ਆਇਆ ਜਾਂ ਮੈਂ ਪੰਚਕਰਮਾ 'ਚ MD ਹਾਂ, ਮੈਂ ਸਿਰਫ ਆਪਣੀ ਮਹਾਰਤਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਉਹਨਾਂ ਦਾ ਇਲਾਜ ਕਰ ਰਹੇ ਹਾਂ। ਔਰ ਜੋ ਆ ਪ੍ਰਛੰਨਾ ਆਪਾਂ ਦੇਖ ਵੀ ਰਹੇ ਹਾਂ ਇਹ ਸਪੈਸੀਫਿਕਲੀ ਆਪਾਂ ਜੋ ਹੇਅਰ ਟਰਾਂਸਪਲਾਂਟ ਲੋਕ ਕਰਾਉਂਦੇ ਹੈ ਜਾਂ ਕਈ ਵਾਰ ਆਪਾਂ ਸੁਣਦੇ ਹਾਂ ਕਿ ਵੀ ਆਪਾਂ ਹੇਅਰ ਫੋਲੀਕਲਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਪਲਾਂਟ ਕਰਦੇ ਹਾਂ, ਉਹਨੂੰ ਹੇਅਰ ਟਰਾਂਸਪਲਾਂਟ। ਇਹ ਆਯੁਰਵੇਦ ਤਰੀਕਾ ਹੈ ਉਹਨੂੰ ਕਰਨ ਦਾ। ਆਯੁਰਵੇਦ ਤਰੀਕਾ ਹੈ ਬਿਨਾਂ ਕਿਸੇ ਸਾਈਡ ਇਫੈਕਟ ਦੇ ਹੇਅਰ ਫੋਲੀਕਲ ਨੂੰ ਬਣਾਉਣ ਦਾ ਤੇ ਸਟਿਮੂਲੇਟ ਕਰਨ ਦਾ। ਵੈਦ ਸਾਹਿਬ ਇਹ ਹਸਤੀ ਦੰਤ ਭਸਮ ਹੈ, ਮੇਰੇ ਲਈ ਇਹਦੇ ਤੇ ਯਕੀਨ ਕਰਨਾ ਇਸ ਕਰਕੇ ਨਹੀਂ ਬਣਦਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਹਾਥੀ ਦੰਦਾਂ ਦੇ ਨਾਲ ਇਹ ਬਣੀ ਹੋਈ ਹੈ ਔਰ ਕਿਤੇ ਨਾ ਕਿਤੇ ਲੋਕ ਇਹ ਵੀ ਸਮਝਦੇ ਆ ਕਿ ਉਹ ਕ੍ਰੂਅਲਟੀ ਐਕਟ ਹੋ ਜਾਂਦਾ ਹੈ ਜਾਨਵਰਾਂ ਦੇ ਉੱਤੇ। ਇਹਦੇ ਬਾਰੇ ਥੋੜਾ ਦੱਸੋ ਕਿਉਂਕਿ ਬਹੁਤ ਸਾਰੇ ਦਰਸ਼ਕ ਕਹਿਣਗੇ ਕਿ ਹਾਥੀ ਦੇ ਦੰਦਾਂ ਦੀ ਭਸਮ ਤੁਸੀਂ ਕਿਵੇਂ ਲੈ ਕੇ ਆ ਸਕਦੇ ਹੋ, ਉਹਨੂੰ ਵਰਤ ਕਿਵੇਂ ਸਕਦੇ ਹੋ, ਇਹਦੇ ਪਿੱਛੇ ਦਾ ਰਾਜ਼ ਕੀ ਹੈ? ਬੇਸਿਕਲੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਕ੍ਰੂਅਲਟੀ ਹੈ ਉਹਦੇ ਨਾਲ ਹੈ, ਪਰ ਜਿਸ ਤੋਂ ਅਸੀਂ ਸੋਰਸ ਕਰਦੇ ਹਾਂ ਉਹ ਇੱਕ ਫਾਰਮੇਸੀ ਹੈ,
ਉਸ ਫਾਰਮੇਸੀ ਨੂੰ ਜਦ ਆਪਣੀ ਆਜ਼ਾਦੀ ਤੋਂ ਪਹਿਲਾਂ ਦਾ ਇਹਦਾ ਲਾਇਸੈਂਸ ਮਿਲਿਆ ਹੋਇਆ ਹੈ। ਔਰ ਆਪਾਂ ਇਹ ਗੱਲ ਨੂੰ ਸਮਝਦੇ ਵੀ ਹਾਂ, ਆਯੁਰਵੇਦ ਬੇਸਿਕਲੀ ਨਾਰਮਲ ਚੀਜ਼ਾਂ, ਨੈਚੁਰਲ ਚੀਜ਼ਾਂ ਨਾਲ ਜੁੜਿਆ ਹੋਇਆ ਹੈ। ਜਿਹੜੀ ਹਸਤੀ ਦੰਤ ਭਸਮ ਦੀ ਉਲੇਖ ਹੈ ਉਹ ਬੇਸਿਕਲੀ ਆਹੀ ਉਲੇਖ ਹੈ ਕਿ ਅਗਰ ਆਪਾਂ ਨੂੰ ਕਿਤੇ ਵੈਸੇ ਵੀ ਲਾ ਲਈਏ, ਜਿੱਥੇ ਜਿਵੇਂ ਆਪਾਂ ਸਿਰ 'ਤੇ ਯੂਜ਼ ਕਰ ਰਹੇ ਹਾਂ, ਜੇ ਕਿਤੇ ਆਪਾਂ ਪਿੰਡੇ 'ਤੇ ਵੀ ਲਾ ਲਾਂਗੇ ਉੱਥੇ ਵੀ ਬਾਲ ਉੱਗ ਸਕਦੇ ਹੈ। ਇਹਦਾ ਉਲੇਖ ਮੈਂ ਆਪਣੇ ਪੜ੍ਹਦਾ ਸੀ ਉਹ ਦਿਨਾਂ 'ਚ, ਮੈਂ ਉਲੇਖ ਤੁਹਾਨੂੰ ਦਿਖਾਵਾਂਗਾ ਵੀ ਇਸ ਬੁੱਕ 'ਚ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ 5000 ਸਾਲ ਪੁਰਾਣੇ ਗ੍ਰੰਥ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਹਸਤੀ ਦੰਤ ਭਸਮ ਜਿਹੜੀ ਹੈਗੀ ਹੈ, ਜੇ ਤੁਹਾਡੇ ਹੱਥ ਤੇ ਵੀ ਕਿਤੇ ਉਹ ਭਸਮ ਲੱਗ ਜਾਏਗੀ ਤਾਂ ਉੱਥੇ ਵਾਲ ਉਗਣਗੇ। ਇਹ ਐਡੀ ਇਹਦੇ 'ਚ ਜਾਨ ਹੈ। ਯੈਸ, ਇਹ ਉਲੇਖ ਦੇਖੋ, ਸ਼ੁਸ਼ਰੁਤ ਸੰਹਿਤਾ ਦਾ ਆਪਾਂ ਰੈਫਰੈਂਸ ਲੈ ਰਹੇ ਹਾਂ। 14ਵੇਂ ਅਧਿਆਏ ਦੇ ਵਿੱਚ 25ਵੇਂ ਸ਼ਲੋਕ ਦੇ ਵਿੱਚ 25 ਔਰ 26ਵੇਂ ਸ਼ਲੋਕ ਦੇ ਵਿੱਚ, ਸ਼ਲੋਕ ਅਸੀਂ ਕਹਿੰਦੇ ਹਾਂ ਜਿਹੜਾ ਕੰਟੈਕਸਟ ਹੈ, ਉਹਦੇ ਵਿੱਚ ਇਹਦਾ ਉਲੇਖ ਪ੍ਰੋਪਰ ਦਿੱਤਾ ਗਿਆ ਹੈ। ਔਰ ਪ੍ਰਛਾਨ ਨੂੰ ਹੀ ਆਪਾਂ ਹੇਅਰ ਟ੍ਰਾਂਸਪਲਾਂਟ, ਆਪਾਂ ਮਾਡਰਨ ਨਾਮ ਲੈ ਲਈਏ। ਪ੍ਰਛਾਨ ਦਾ ਮਤਲਬ ਹੈ ਡਰਿਲ ਕਰਨਾ। ਜਦ ਆਪਾਂ ਡਰਿਲ ਕਰਦੇ ਹਾਂ, ਉਹਨੂੰ ਪ੍ਰਛਾਨ ਕਰਦੇ ਹਾਂ, ਉਹਦੇ ਉੱਪਰ ਦਵਾਈ ਲਾਉਂਦੇ ਹਾਂ। ਕੱਲੀ ਹਸਤੀ ਦੰਤ ਨਹੀਂ, ਇਹ 'ਚ ਗਲੋਏ, ਆਮਲਾ, ਭ੍ਰਿੰਗਰਾਜ, ਇਹ ਕੁਛ ਹਰਬਸ ਹੈ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਹੈ। ਔਰ ਉਹਨਾਂ ਦੇ ਮਿਸ਼ਰਣ ਨਾਲ ਹੀ ਅਸੀਂ ਇੱਥੇ ਦਵਾਈ ਲਾ ਕੇ ਪੇਸ਼ੈਂਟ ਨੂੰ ਠੀਕ ਕਰਦੇ ਹਾਂ। ਵੈਦ ਸਾਹਿਬ, ਇੱਕ ਚੀਜ਼ ਦੱਸੋ, ਇਹ ਪ੍ਰਛੰਨਾ ਹੋ ਰਿਹਾ, ਹਾਥੀ ਦੰਤ ਭਸਮ ਤੁਸੀਂ ਵਰਤਦੇ ਪਏ ਹੋ, 5000 ਸਾਲ ਪੁਰਾਣਾ ਗ੍ਰੰਥ ਹੈ ਸੁਸ਼ਰੁਤ ਸੰਹਿਤਾ, ਔਰ ਲੋਕੀ ਹੇਅਰ ਟ੍ਰਾਂਸਪਲਾਂਟ ਮਗਰ ਭੱਜਦੇ। ਉਹਨਾਂ ਨੂੰ ਹੇਅਰ ਟ੍ਰਾਂਸਪਲਾਂਟ ਦਾ ਮਤਲਬ ਵੀ ਪਤਾ, ਹੇਅਰ ਟ੍ਰਾਂਸਪਲਾਂਟ ਹੁੰਦਾ ਕਿ ਉਹਦੇ ਨਾਲ ਵਾਲ ਉਗਾਉਂਦੇ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ। ਲੇਕਿਨ ਬਹੁਤ ਹੀ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੋਵੇ ਕਿ ਪ੍ਰਛੰਨਾ ਵੀ ਕੋਈ ਚੀਜ਼ ਹੁੰਦੀ ਹੈ। ਔਰ ਆਯੁਰਵੇਦ ਦੇ ਵਿੱਚ ਇਹਦੇ ਬਾਰੇ 5000 ਸਾਲ ਪਹਿਲਾਂ ਲਿਖ ਦਿੱਤਾ ਗਿਆ। ਦੇਖੋ, ਇਹੀ ਸਾਡਾ ਮੋਟਿਵ ਹੈ। ਤੁਸੀਂ ਇੱਕ ਚੀਜ਼ ਹੋਰ ਦੇਖ ਰਹੇ ਹੋ, ਤੁਸੀਂ ਸਾਡੇ ਪਹਿਲਾਂ ਵੀ ਕਈ ਇੰਟਰਵਿਊ ਦੇਖੇ ਨੇਗੇ ਜਾਂ ਸਾਡੇ ਇੰਟਰਵਿਊ ਕਰੇ ਨੇਗੇ। ਅਸੀਂ ਸਸਤਾ ਔਰ ਸੌਖਾ ਇਲਾਜ ਲੋਕਾਂ ਤੱਕ ਪਹੁੰਚਾਉਣਾ ਹੈਗਾ ਆਯੁਰਵੇਦ ਤਰੀਕੇ ਦੇ ਨਾਲ। ਆਯੁਰਵੇਦ ਦੇ ਜਿਹੜੇ ਵਿਧੀਆਂ ਨੇਗੀਆਂ ਉਹ ਲੋਕਾਂ 'ਚ ਅਗਰ ਜ਼ਿਆਦਾ ਪੋਪੂਲਰ ਨਹੀਂ ਹੈਗੀਆਂ, ਸਾਡਾ ਏਮ ਵੀ ਇਹੀ ਹੈਗਾ, ਕਿਉਂਕਿ ਮੇਰੀ ਇਹ 4th ਜਨਰੇਸ਼ਨ ਆਯੁਰਵੇਦ ਵਿੱਚ ਕੰਮ ਕਰ ਰਹੀ ਹੈ। ਤੁਸੀਂ ਦੇਖੋ ਵੀ ਜਿਹੜੇ ਹੇਅਰ ਟ੍ਰਾਂਸਪਲਾਂਟ ਕਰਾਉਣ ਜਾਂਦੇ ਨੇਗੇ, ਉਹ ਲੱਖਾਂ ਰੁਪਏ ਖਰਚ ਕਰਕੇ ਆਉਂਦੇ ਨੇ। ਔਰ ਮੈਂ ਉਹਨਾਂ ਲੋਕਾਂ ਨੂੰ ਵੀ ਮਿਲਦਾ, ਉਹ ਵੀ ਸਾਨੂੰ ਲੋਕ ਆ ਕੇ ਦਿਖਾਉਂਦੇ ਨੇਗੇ, ਉਹਨਾਂ ਦੇ ਜਿਸ ਜਗ੍ਹਾ ਤੋਂ ਹੇਅਰ ਨੂੰ ਪਿਕ ਕੀਤਾ ਜਾਂਦਾ ਹੈਗਾ ਉੱਥੇ ਦੁਬਾਰਾ ਹੇਅਰ ਨਹੀਂ ਆਉਂਦੇ ਹੈਗੇ। ਔਰ ਉਹਨਾਂ ਦਾ ਵੀ ਜਿਹੜਾ ਪ੍ਰੋਸੀਜਰ ਹੈ ਬਹੁਤ ਔਖਾ। ਇਹ ਦੇਖੋ ਕਿੰਨਾ ਸੌਖਾ ਹੈਗਾ, ਥੋੜ੍ਹੇ ਟਾਈਮ ਵਾਸਤੇ ਜ਼ਰੂਰ ਜਿਹੜਾ ਇਹ ਕਰਵਾ ਰਹੇ ਨੇ ਇਹਨਾਂ ਨੂੰ ਤਕਲੀਫ ਹੁੰਦੀ ਹੋਏਗੀ, ਲੇਕਿਨ ਕਿੰਨਾ ਸੌਖਾ ਤਰੀਕਾ ਹੈਗਾ ਇਹ, ਔਰ ਕਿੰਨਾ ਸਸਤਾ ਤਰੀਕਾ ਹੈਗਾ। ਨਾਲ ਦੇਖੋ ਸਾਡਾ ਇਹ ਵੀ ਏਮ ਹੈਗਾ ਵੀ ਲੋਕਾਂ ਦੀ ਬਜਟ 'ਤੇ, ਲੋਕਾਂ ਦੀ ਜੇਬ 'ਤੇ ਇੰਨਾ ਜ਼ਿਆਦਾ ਪ੍ਰੈਸ਼ਰ ਨਾ ਪਵੇ। ਜਿਹੜੇ ਲੋਕਾਂ ਦੇ ਆਪਣੇ ਕਰਵਾਏ ਨੇ ਨਾ ਟ੍ਰਾਂਸਪਲਾਂਟ, ਉਹਨਾਂ ਦਾ ਤੁਸੀਂ ਹਾਲ ਦੇਖੋ। ਉਹ ਠੀਕ ਹੈ, ਉਹ ਥੋੜ੍ਹੇ ਦੇਰ ਲਈ ਖੁਸ਼ ਨੇ ਵੀ ਉਹਨਾਂ ਦੇ ਅੱਗੇ ਬਾਲ ਠੀਕ ਨਜ਼ਰ ਆ ਜਾਂਦੇ ਨੇਗੇ, ਲੇਕਿਨ ਜਿੱਥੋਂ ਬਾਲ ਲਏ ਜਾਂਦੇ ਨੇ ਉੱਥੇ ਉਹਨਾਂ ਦੇ ਬਾਲ ਵਧਾ ਕੇ ਰੱਖਦੇ ਨੇ ਤਾਂ ਕਿ ਉਹਨਾਂ ਦੇ ਪੈਚਿਸ ਨਜ਼ਰ ਨਾ ਆਉਣ। ਸੋ ਇਹ ਇੱਕ ਬੜਾ ਹੀ ਪ੍ਰੈਕਟੀਕਲੀ ਅਥੈਂਟਿਕ ਹੈਗਾ। ਇਹ ਆਪਣੇ ਲੋਕਾਂ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਹੈ ਜਾਂ ਆਯੁਰਵੈਦਿਸਟਾਂ ਨੇ ਪ੍ਰਚਲਿਤ ਨਹੀਂ ਕਰਿਆ। ਇਹ ਕਾਕਾ ਜੀ MD ਕਰ ਆਏ ਸਾਊਥ ਵਿੱਚੋਂ, ਔਰ ਜਿੱਥੇ ਕਿ ਇਹ ਚੀਜ਼ਾਂ ਆਮ ਪੇਸ਼ੈਂਟ ਸੀ, ਔਰ ਅਸੀਂ ਪ੍ਰੈਕਟੀਕਲੀ ਇੱਥੇ ਵੀ ਦੇਖ ਰਹੇ ਹਾਂਗੇ। ਜਦੋਂ ਦੇ MD ਕਰਕੇ ਆਏ ਨੇਗੇ 4-5 ਸਾਲ ਤੋਂ, ਇੱਥੇ ਪਤਾ ਨਹੀਂ ਕਿੰਨੇ ਪੇਸ਼ੈਂਟਾਂ ਦਾ ਹੀ ਪ੍ਰੋਸੀਜਰ ਕਰਕੇ ਅਸੀਂ ਬਾਲ ਲਿਆ ਸਕੇ। ਮੈਂ ਜਦੋਂ ਪ੍ਰਛੰਨੇ ਬਾਰੇ ਸੁਣਿਆ ਤਾਂ ਮੈਨੂੰ ਲੱਗਿਆ ਕਿਤੇ ਤੁਸੀਂ ਕੋਈ ਭਸਮਾਂ ਨੂੰ ਮਿਲਾ ਕੇ ਆਪਸ ਦੇ ਵਿੱਚ ਉਹਦਾ ਮਿਸ਼ਰਣ ਤਿਆਰ ਕਰਦੇ ਹੋ, ਉਸ ਤੋਂ ਬਾਅਦ ਮਾਲਿਸ਼ ਹੁੰਦੀ ਆ ਤੇ ਚਲੋ ਜੀ ਗੱਲ ਮੁੱਕ ਗਈ। ਪਰ ਇੱਥੇ ਜੋ ਮੈਂ ਦੇਖਦਾ ਪਿਆ, ਇੱਕ ਹਿਸਾਬ ਦੀ ਇਹਨੂੰ ਕਹਿ ਲਓ ਕਿ ਉਸ ਲੈਵਲ ਦੀ ਸਰਜਰੀ ਨਹੀਂ ਹੈਗੀ, ਲੇਕਿਨ ਹੈਗੀ ਤਾਂ ਸਰਜਰੀ, ਕਿਉਂਕਿ ਤੁਸੀਂ ਪ੍ਰਿਕ ਤਾਂ ਕਰਦੇ ਹੀ ਪਏ ਹੋ। ਇਹ ਆਯੁਰਵੇਦ ਦੇ ਵਿੱਚ ਸਰਜਰੀ ਨੂੰ ਲੈ ਕੇ ਲੋਕ, ਮੈਂ ਵੀ ਸਮਝਦਾ ਸੀਗਾ ਕਿ ਆਯੁਰਵੇਦ ਦੇ ਵਿੱਚ ਸਰਜਰੀ ਨਹੀਂ ਹੁੰਦੀ, ਲੇਕਿਨ ਬਾਅਦ ਦੇ ਵਿੱਚ ਮੇਰੇ ਕਨਸੈਪਟ ਥੋੜ੍ਹੇ ਕਲੀਅਰ ਹੋ ਗਏ ਤੁਹਾਡੇ ਥਰੂ। ਇਹ ਸਰਜਰੀ ਦਾ ਕੀ ਪ੍ਰੋਸੈਸ ਸੀ? ਦੇਖੋ, ਆਯੁਰਵੇਦ ਦਾ ਇੱਕ ਅੰਗ ਹੈ ਸ਼ਲਿਆ ਤੰਤਰ, ਇੱਕ ਸਬਜੈਕਟ ਹੈ, ਔਰ ਗੋਡ ਆਫ ਸਰਜਰੀ ਸੁਸ਼ਰੁਤ ਨੂੰ ਮੰਨਿਆ ਗਿਆ ਹੈ। ਅੱਜ ਤੁਸੀਂ ਜਿੰਨੀ ਮਾਡਰਨ ਸਾਇੰਸ ਦੇਖਦੇ ਹੋ, ਜੇ ਆਪਾਂ ਅਗਰ ਉਹਦੀ ਮੁੱਢ ਤੋਂ ਸ਼ੁਰੂਆਤ ਦੇਖੀਏ ਤਾਂ ਉਹ ਸੁਸ਼ਰੁਤ ਤੋਂ ਹੀ ਸ਼ੁਰੂ ਹੋਈ ਸੀ। ਦੂਜੀ ਗੱਲ ਇਹ ਹੈ ਕਿ ਆਪਾਂ ਜੋ ਤੁਹਾਨੂੰ ਇਹ ਪ੍ਰਿਕਿੰਗ ਦਿਖਾ ਰਹੇ ਹਾਂ, ਇਹ ਕੁਛ ਹੈ, ਅਸੀਂ ਦੋਸ਼ਾਂ ਅਨੁਸਾਰ ਚੱਲਦੇ ਹਾਂ। ਪਹਿਲੀ ਗੱਲ ਤਾਂ ਇਹ ਸਮਝੀਏ ਆਪਾਂ ਕਿ ਬਾਲ ਕਿਉਂ ਡਿੱਗਦੇ ਹੈ ਜਾਂ ਕਿਉਂ ਨਹੀਂ ਆਉਂਦੇ, ਕਿਉਂਕਿ ਇਹਦੇ ਵਿੱਚ ਕਫ ਦੋਸ਼ ਹੁੰਦਾ ਹੈ, ਵਾਟਰ ਐਲੀਮੈਂਟ। ਜਦ ਕਫ ਦੋਸ਼ ਵਾਤ ਔਰ ਪਿੱਤ ਨੂੰ ਸਪਰੈਸ ਕਰਦੇ, ਵਾਤ ਹੁੰਦੀ ਹੈ ਏਅਰ ਐਲੀਮੈਂਟ, ਪਿੱਤ ਹੁੰਦਾ ਫਾਇਰ ਐਲੀਮੈਂਟ। ਫਾਇਰ ਐਲੀਮੈਂਟ ਮਤਲਬ ਜਿਹੜਾ ਵਾਤ ਔਰ ਪਿੱਤ ਦਾ ਕੰਸੈਪਟ ਹੈ, ਉਹਦੇ ਉੱਪਰ ਕਫ ਦਾ ਆਵਰਣ, ਇੱਕ ਲੇਅਰਿੰਗ ਹੋ ਗਈ, ਕਫ ਹਾਵੀ ਹੋ ਜਾਏ, ਉਹਦਾ ਹਾਵੀ ਹੋ ਗਿਆ, ਬਿਲਕੁਲ ਹਾਵੀ ਹੋ ਗਿਆ। ਜਦੋਂ ਹਾਵੀ ਹੋ ਗਿਆ ਤੇ ਸਾਡੇ ਜਿਹੜੇ ਫੋਲੀਕਲਸ ਹੈ ਉਹ ਬਿਲਕੁਲ ਬੰਨੇ ਬੰਦ ਹੋ ਗਏ, ਉਹਦੀ ਗਰੋਥ ਬਿਲਕੁਲ ਘਟ ਗਈ। ਜਦੋਂ ਗਰੋਥ ਘਟ ਗਈ ਤਾਂ ਉਹ ਕੰਸੈਪਟ ਨੂੰ ਕਿਵੇਂ ਠੀਕ ਕਰਾਂਗੇ ਜਦ ਤੱਕ ਕਫ ਦਾ ਆਵਰਣ ਠੀਕ ਨਹੀਂ ਹੋਏਗਾ। ਮਤਲਬ ਜੋ ਤੁਸੀਂ ਅੱਜ ਕੈਮਰੇ ਤੇ ਦੇਖ ਰਹੇ ਹੋ, ਹਲਕੀ ਫੁਲਕੀ ਬਲੀਡਿੰਗ ਆ ਰਹੀ ਹੈ, ਇਸ ਕਫ ਦੇ ਆਵਰਣ ਨੂੰ ਹਟਾਉਣ ਲਈ ਆ ਰਹੀ ਹੈ।
ਇਹ ਉਹ ਰੂਟਸ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਆਪਾਂ ਦਵਾਈ ਨੂੰ ਸੁਪਰਫਿਸ਼ਲ ਲਾ ਕੇ ਛੱਡ ਦਈਏ ਤਾਂ ਉਹ ਪੇਸ਼ੈਂਟ ਨੂੰ ਆਰਾਮ ਨਹੀਂ ਆਏਗਾ। ਆਪਾਂ ਨੂੰ ਇਹ ਸਮਝਣਾ ਪਏਗਾ ਕਿ ਆਪਾਂ ਨੂੰ ਡੀਪ ਪੈਨੀਟ੍ਰੇਟ ਕਰਕੇ ਉਸ ਦਵਾਈ ਨੂੰ ਅੰਦਰ ਤੱਕ ਪਹੁੰਚਾਉਣਾ, ਜਿੱਥੇ ਸਾਡੇ ਫੋਲੀਕਲਸ ਹੈ, ਜਿੱਥੇ ਹੇਅਰ ਬੱਲਬ ਹੈ। ਹੇਅਰ ਬੱਲਬ ਨੂੰ ਜਦ ਤੱਕ ਸਟਰੈਂਥ ਨਹੀਂ ਮਿਲਦੀ ਤਦ ਤੱਕ ਨਵਾਂ ਬਾਲ ਕਿਵੇਂ ਆਏਗਾ। ਮਤਲਬ ਕਹਿਣ ਦਾ ਕਿ ਇਹ ਜੋ ਸੁਰਾਖ ਤੁਸੀਂ ਕਰਦੇ ਪਏ ਹੋ, ਇਹ ਹਸਤੀ ਦੰਤ ਭਸਮ ਜੋ ਹੈਗੀ ਹੈ ਇਹ ਜੜਾਂ ਤੱਕ ਪਹੁੰਚਾਣੀ ਹੈ, ਔਰ ਜੜਾਂ ਤੱਕ ਜਦੋਂ ਪਹੁੰਚੇਗੀ ਉਦੋਂ ਹੀ ਅਸਰ ਹੋਣਾ। ਬਿਲਕੁਲ, ਕਿਉਂਕਿ ਇਹਦੇ ਵਿੱਚ ਕੰਸੈਪਟ ਇਹੀ ਹੈ। ਜਦ ਤੱਕ ਆਪਾਂ ਦੇਖੋ, ਮੈਂ ਤੁਹਾਨੂੰ ਇੱਕ ਹੋਰ ਪਹਿਲੂ ਦੱਸਦਾ। ਆਮ ਤੌਰ 'ਤੇ ਬੜੇ ਲੋਕਾਂ ਨੇ ਹੇਅਰ ਟ੍ਰਾਂਸਪਲਾਂਟ ਕਰਾਇਆ, ਤੁਸੀਂ ਦੇਖਿਆ ਕਿ ਉਹ 'ਚ ਜਿਹੜੇ ਸਕਸੈਸ ਰੇਟ ਹੈ ਬਹੁਤ ਘੱਟ ਹੈ, ਔਰ ਈਵਨ ਕਿ ਔਡ ਲੱਗਦਾ ਪੇਸ਼ੈਂਟ ਜਿਹਨੇ ਕਰਾਉਂਦੇ ਆ, ਹੈ ਨਾ। ਉਹਦੀ ਬਿਊਟੀ, ਉਹਦੇ ਜਿਹੜਾ ਬਾਲਾਂ ਦਾ ਤਰੀਕਾ ਹੈ ਉਹ ਬਹੁਤ ਡਿਫਰੈਂਟ ਹੁੰਦਾ, ਹੈ ਨਾ। ਇਹਦੇ ਵਿੱਚ ਨੈਚੁਰਲੀ ਤੁਹਾਡੇ ਆਪਣੇ ਬਾਲਾਂ ਨੂੰ ਉਗਾਇਆ ਜਾਂਦਾ। ਨੈਚੁਰਲ ਪ੍ਰੋਸੈਸ ਇਸ ਲਈ ਕਿ ਦਵਾਈਆਂ ਦਾ ਸਹਾਰਾ ਲੈ ਕੇ ਉਹ ਫੋਲੀਕਲ ਨੂੰ ਖੋਲ੍ਹਿਆ ਜਾਂਦਾ ਹੈ, ਜਿੱਥੋਂ ਫੋਲੀਕਲ ਜਨਰੇਟ ਹੋਣੇ ਹੈ, ਜਿੱਥੋਂ ਹੇਅਰ ਉੱਗਣੇ ਹੈ। ਜੇ ਆਪਾਂ ਉਹ ਨਹੀਂ ਕਰਦੇ, ਜੇ ਆਪਾਂ ਦੋਸ਼ਾਂ ਅਨੁਸਾਰ, ਜਿਵੇਂ ਆਯੁਰਵੇਦ 'ਚ ਪਿੱਤ ਦਾ ਸਥਾਨ ਲਿਵਰ ਹੈ। ਮੇਰੇ ਜਿੰਨੇ ਦਰਸ਼ਕ ਹੈ ਸਭ ਇੱਕ ਗੱਲ ਨੂੰ ਸਮਝ ਲਓ, ਜਦ ਵੀ ਤੁਹਾਨੂੰ ਹੇਅਰ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਹੇਅਰ ਵੱਲ ਘੱਟ ਧਿਆਨ ਦਿਓ, ਪਹਿਲਾਂ ਲਿਵਰ ਵੱਲ ਦਿਓ। ਕਿਉਂਕਿ ਲਿਵਰ ਹੀ ਇਕੱਲਾ ਔਰਗਨ ਹੈ ਜਿਹੜਾ ਪਿੱਤ ਨੂੰ ਬੈਲੈਂਸ ਰੱਖ ਸਕਦਾ, ਜਿਹਨੂੰ ਆਪਾਂ ਬਾਈਲ ਕਹਿੰਦੇ ਹਾਂ। ਜਦੋਂ ਲਿਵਰ ਬੈਲੈਂਸ ਹੋ ਜਾਂਦਾ ਹੈ ਤਾਂ ਆਪਣੇ ਚਾਹੇ ਉਹ ਬਾਲਾਂ ਦੀ ਪ੍ਰੋਬਲਮ ਹੈ, ਚਾਹੇ ਸਾਡੀ ਕੋਈ ਹੋਰ ਪ੍ਰੋਬਲਮ ਹੈ, ਉਹ ਹੱਲ ਹੋ ਜਾਂਦੀ ਹੈ। ਅਸੀਂ ਇੱਥੇ ਜਦ ਵੀ ਕੋਈ ਟਰੀਟਮੈਂਟ ਕਰਦੇ ਹਾਂ, ਚਾਹੇ ਪ੍ਰਛੰਨਾ ਕਰਦੇ ਹਾਂ, ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਰੂਟ ਕਾਜ਼, ਜੜ ਕੀ ਹੈ ਬਿਮਾਰੀ ਦੀ। ਜਦ ਤੱਕ ਉਹ ਬਿਮਾਰੀ ਜੜ ਨਹੀਂ ਸਮਝ ਆਉਂਦੀ ਤਦ ਤੱਕ ਇਲਾਜ ਇੰਪੋਸੀਬਲ ਹੈ। ਇਹ ਤਾਂ ਤੁਸੀਂ ਗ੍ਰੰਥ ਜਿਹੜਾ ਹੈਗਾ ਤੁਸੀਂ ਪੜ੍ਹਿਆ ਵੀ, ਸਾਊਥ ਤੋਂ ਤੁਸੀਂ ਇਹਦੀ ਟ੍ਰੇਨਿੰਗ ਵੀ ਲਿੱਤੀ। ਸਾਡੇ ਇੱਥੇ ਨਾਰਥ ਵਾਲੇ ਪਾਸੇ ਲੋਕਾਂ ਨੂੰ ਘੱਟ ਸਮਝ ਹੈਗੀ ਇਹਦੇ ਬਾਰੇ। ਉੱਧਰ ਸਾਊਥ ਵਾਲੇ ਪਾਸੇ ਕੀ ਹਿਸਾਬ ਕਿਤਾਬ ਹੁੰਦਾ? ਜਿੰਨੀ ਹੇਅਰ ਟ੍ਰਾਂਸਪਲਾਂਟ ਦੀ ਨੌਲੇਜ ਆ ਉਨੀ ਉਹਦੇ ਪ੍ਰਛੰਨੇ ਦੇ ਬਾਰੇ ਵੀ ਲੋਕਾਂ ਨੂੰ ਪਤਾ। ਬਿਲਕੁਲ ਜੀ, ਬੇਸਿਕਲੀ ਮੇਰੀ ਖੁਸ਼ਨਸੀਬੀ ਸੀ ਕਿ ਮੈਂ ਅੱਛੇ ਕਾਲਜ 'ਚੋਂ ਪੜ੍ਹਿਆ ਅਤੇ ਮੈਨੂੰ ਉੱਥੇ ਬੜਾ ਫਰੀਕੁਐਂਟਲੀ ਇਹੋ ਜਿਹੇ ਪੇਸ਼ੈਂਟ ਨੂੰ ਠੀਕ ਕਰਨ ਦਾ ਮੌਕਾ ਮਿਲਿਆ। ਸ਼ਾਇਦ ਉਹੀ ਐਕਸਪੀਰੀਅੰਸ ਅੱਜ ਮੇਰੇ ਕੰਮ ਆ ਰਿਹਾ ਔਰ ਲਾਈਫ ਲੌਂਗ ਆਏਗਾ ਵੀ। ਜੇ ਮੈਂ ਇਹ ਗੱਲ ਸਮਝਾਂ ਕਿ ਮੈਂ ਜਿੰਨਾ ਵੀ ਇੱਥੇ ਪ੍ਰੋਸੀਜਰ, ਚਾਹੇ ਗੋਡਿਆਂ ਦੇ, ਚਾਹੇ ਬਾਲਾਂ ਦੇ, ਜੋ ਵੀ ਕਰਦਾ, ਉਹ ਮੇਰੀ ਪੜ੍ਹਾਈ ਹੈ। ਮੈਂ ਸਿਰਫ ਕੀ ਕੀਤਾ, ਜਾਂ ਮੈਂ ਬਾਕੀਆਂ ਨਾਲੋਂ ਕਿਉਂ ਵੱਖ ਹਾਂ, ਕਿ ਮੈਂ ਉਸ ਪੜ੍ਹਾਈ ਨੂੰ ਪ੍ਰੈਕਟੀਕਲੀ ਲੋਕਾਂ ਤੱਕ ਅਪਣਾਇਆ। ਕਿਉਂਕਿ ਆਮ ਤੌਰ 'ਤੇ ਲੋਕ ਪੜ੍ਹਾਈ ਕਰਦੇ ਜ਼ਰੂਰ ਹੈ ਪਰ ਭੁੱਲ ਜਾਂਦੇ ਹੈ। ਮੈਨੂੰ ਬਸ ਇਹ ਇੱਕ ਗੁੜਤੀ ਸੀਗੀ ਆਪਣੇ ਫੈਮਿਲੀ 'ਚੋਂ ਕਿ ਜੋ ਤੂੰ ਪੜ੍ਹਨਾ ਉਹਨੂੰ ਪ੍ਰੈਕਟੀਕਲੀ ਅਪਣਾਉਣਾ ਵੀ ਹੈ। ਉਹੀ ਕਾਰਨ ਕਰਕੇ ਅੱਜ ਬਹੁਤ ਤਰ੍ਹਾਂ ਦੇ ਮਰੀਜ਼ ਇੱਥੇ, ਅਸੀਂ ਵੈਰਾਈਟੀ ਆਫ ਮਰੀਜ਼, ਮੈਂ ਕਹਿੰਦਾ ਸ਼ਾਇਦ ਇੰਨੀ ਵੈਰਾਈਟੀ ਕਿਸੇ ਬੜੇ ਹਸਪੀਟਲ 'ਚ ਨਾ ਹੋਣ ਜਿੰਨੀ ਮੇਰੇ ਕੋਲ ਹੈਗੀ ਹੈ। ਉਹਦਾ ਕਾਰਨ ਇਹ ਹੈ ਕਿ ਬੜੇ ਹਸਪੀਟਲ ਸਪੈਸ਼ਲਾਈਜ਼ਡ ਹੈ, ਇੱਕੋ ਚੀਜ਼ ਦਾ ਇਲਾਜ ਕਰਦੇ ਹੈ। ਸਾਡੇ ਕੋਲ ਜੋ ਵੀ ਇਲਾਜ ਹੈ ਉਹ ਅਸੀਂ ਸ਼ਾਸਤਰਾਂ ਦੇ ਅਕੋਰਡਿੰਗਲੀ ਕਰਦੇ ਹਾਂ। ਵੈਸੇ ਆਪ ਥੋੜ੍ਹਾ ਜਿਹਾ ਹੋਰ ਦੱਸੋ ਪ੍ਰਛੰਨੇ ਬਾਰੇ ਤੁਸੀਂ, ਕਿਉਂਕਿ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਤਜਰਬੇ ਨਾਲ ਵੀ ਥੋੜ੍ਹਾ ਦੱਸੋ। ਦੇਖੋ, ਇਹ ਇੱਕ ਤਰ੍ਹਾਂ ਦਾ ਨੈਚੁਰਲ ਪ੍ਰੋਸੈਸ ਹੈ। ਇਹਦੇ ਵਿੱਚ ਪੇਸ਼ੈਂਟ ਦੇ ਸਾਹਮਣੇ ਕੋਈ ਲੁਕੀ ਹੋਈ ਚੀਜ਼ ਨਹੀਂ ਹੈ। ਜਨਰਲੀ ਜਿੰਨੇ ਵੀ ਤੁਸੀਂ ਲੋਕ ਸਰਜਰੀ ਕਰਾਉਂਦੇ ਨੇ ਉਹਨਾਂ ਨੂੰ ਇੱਕ ਬੇਸਿਕ ਚੀਜ਼ ਸਮਝਾ ਦਿੱਤੀ ਜਾਂਦੀ ਹੈ, ਲੇਕਿਨ ਸਰਜਰੀ ਵਿੱਚ ਕੀ ਕਰਦੇ ਨੇ ਡਾਕਟਰ, ਕਿਵੇਂ ਕਰਦੇ ਨੇਗੇ, ਉਹ 'ਚ ਕਲੈਰਿਟੀ ਨਹੀਂ ਹੁੰਦੀ। ਇਹ ਕਲੈਰਿਟੀ ਹੈ ਵੀ ਅਸੀਂ ਇਹਨੂੰ ਪ੍ਰਿਕ ਕਰਕੇ ਤਾਂ ਕਿ ਉਹ ਮੈਡੀਸਨ ਪ੍ਰੋਪਰ ਪਹੁੰਚ ਸਕੇ, ਜਿਹੜੀ ਕਿ ਇਹ ਲਗਾ ਰਹੇ ਨੇਗੇ, ਹਾਥੀ ਦੰਤ ਭਸਮ ਜਿਹੜੀ ਲਗਾ ਰਹੇ ਨੇਗੇ, ਉਹ ਪ੍ਰੋਪਰ ਰੂਟਸ ਤੱਕ ਪਹੁੰਚੇ। ਔਰ ਤੁਸੀਂ ਮੈਨੂੰ ਦੱਸੋ ਵੀ ਇਹ ਕਿੰਨਾ ਵਧੀਆ ਇਹ ਹੋਇਆ ਵੀ ਅਸੀਂ ਦੋਸ਼ਾਂ ਮੁਤਾਬਕ ਕਫ ਦੋਸ਼ ਨੂੰ ਕਿਉਰ ਕਰ ਰਹੇ ਹਾਂਗੇ। ਨੋਟ ਅਸੀਂ ਕੋਈ ਤੁੱਕਾ ਨਹੀਂ ਮਾਰ ਰਹੇ। ਕਫ ਦੋਸ਼ ਕਿਉਰ ਹੋਏਗਾ ਮੈਡੀਸਨ ਦੇ ਨਾਲ। ਕੁਛ ਤਾਂ ਇਹ ਜਿਹੜੀ ਮੈਡੀਸਨ ਲਗਾਈ ਜਾ ਰਹੀ ਹੈ, ਕੁਛ ਅਸੀਂ ਖਾਣ ਲਈ ਮੈਡੀਸਨ ਦਿੰਦੇ ਹਾਂਗੇ ਤਾਂ ਕਿ ਲਿਵਰ ਦਾ ਬਾਈਲ ਬੈਲੈਂਸ ਹੋਵੇ ਔਰ ਜਿਹੜਾ ਕਫ ਹੈਗਾ ਉਹ ਬੈਲੈਂਸ ਹੋਵੇ, ਤਾਂ ਕਿ ਜਿਹੜੀ ਬੋਡੀ ਵੀ ਅੰਦਰੋਂ ਰਿਸਪੌਂਸ ਕਰੇ। ਔਰ ਪਲੱਸ ਜਿਹੜਾ ਪ੍ਰਛੰਨਾ ਪ੍ਰੋਸੀਜਰ ਹੈਗਾ ਇਹ ਲਗਾ ਕੇ ਜੋ ਅਸੀਂ ਇਹ ਭਸਮ ਲਗਾਵਾਂਗੇ, ਇਹਨੂੰ ਲੋਕਲੀ ਓਨਾ ਹੀ ਰਿਜ਼ਲਟ ਮਿਲੇਗਾ। ਔਰ ਤੁਸੀਂ ਦੇਖੋ ਥੋੜ੍ਹੇ ਦਿਨ ਵਿੱਚ ਵਾਲ ਆਉਣੇ ਸ਼ੁਰੂ ਹੋ ਜਾਣਗੇ। ਸੋ ਜਿਹੜੇ ਹੱਥਾਂ ਦੇ ਵਿੱਚ ਤੁਸੀਂ ਸਰਿੰਜ ਫੜੀ ਹੋਈ ਦੇਖ ਰਹੇ ਹੋ, ਇਹਦਾ ਪਹਿਲਾਂ ਮੈਨੂੰ ਯਕੀਨ ਨਹੀਂ ਹੁੰਦਾ ਸੀਗਾ। ਮੈਨੂੰ ਲੱਗਦਾ ਸੀਗਾ ਕਿ ਜਿਹੜੇ ਵੈਦ ਹੁੰਦੇ ਨੇ ਉਹਨਾਂ ਦੀਆਂ ਜਿਹੜੇ ਹੱਥ ਹੁੰਦੇ ਨੇ ਜਾਂ ਉਂਗਲਾਂ ਹੁੰਦੀਆਂ ਨੇ, ਉਹਨਾਂ ਦਾ ਕੰਮ ਹੁੰਦਾ ਨਬਜ਼ ਫੜਨਾ। ਲੇਕਿਨ ਹੁਣ ਪਤਾ ਇਹ ਵੀ ਲੱਗਦਾ ਹੈਗਾ ਕਿ 5000 ਸਾਲ ਪੁਰਾਣਾ ਇਹ ਗ੍ਰੰਥ ਦੱਸਦਾ ਹੈ ਕਿ ਸੁਸ਼ਰੁਤ ਜੋ ਸੀਗਾ, ਪੋਸਟਮਾਰਟਮ ਵਰਗੀ ਜੋ ਟੈਕਨੀਕ ਸੀਗੀ, ਉਹ ਵੀ ਸੁਸ਼ਰੁਤ ਦੇ ਵੱਲੋਂ ਇਨਵੈਂਟ ਕੀਤੀ ਗਈ ਸੀਗੀ। ਔਰ ਕਿਸ ਤਰੀਕੇ ਨਾਲ ਕੀਤੀ ਗਈ ਸੀਗੀ ਤੁਸੀਂ ਪੜ੍ਹੋ ਉਹਦੇ ਬਾਰੇ ਜਾ ਕੇ। ਸਾਰਾ ਗਿਆਨ ਤੁਹਾਨੂੰ ਅਸੀਂ ਨਹੀਂ ਦੇਣਾ, ਥੋੜ੍ਹੀ ਜਿਹੀ ਮਿਹਨਤ ਤੁਸੀਂ ਵੀ ਕਰਨੀ ਹੈ। ਔਰ ਇਹਦੇ ਨਾਲ ਨਾਲ ਇਹ ਵੀ ਕਹਿ ਦੇਣਾ ਚਾਹੁੰਦਾ, ਦੂਜਾ ਜਿਹੜਾ ਮੇਰਾ ਆਖਰੀ ਸਵਾਲ ਹੋਏਗਾ ਤੁਹਾਡੇ ਕੋਲੋਂ, ਮੈਂ ਤੁਹਾਡੇ ਕੋਲ ਰੇਟ ਨਹੀਂ ਪੁੱਛਾਂਗਾ ਇਹਦਾ, ਪਰ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਵਾਂ ਕਿ ਹੇਅਰ ਟਰਾਂਸਪਲਾਂਟ ਦੇ ਮੁਕਾਬਲੇ
ਇਹ ਕਿੰਨਾ ਕੁ ਜ਼ਿਆਦਾ ਮਹਿੰਗਾ ਹੈ ਜਾਂ ਕਿੰਨਾ ਕੁ ਜ਼ਿਆਦਾ ਸਸਤਾ ਹੈ? ਆਲਮੋਸਟ ਮੈਂ ਕਹਿ ਸਕਦਾ ਕੋਈ 60 ਤੋਂ 70% ਸਸਤਾ ਹੈ। ਉਹ ਦੂਜਾ ਇਹਦੇ ਵਿੱਚ ਮੈਂ ਦਰਸ਼ਕਾਂ ਨੂੰ ਇੱਕ ਹੋਰ ਦੱਸਦਾ, ਚਮੇਲੀ ਦੇ ਫੁੱਲ ਆਪਾਂ ਸਭ ਦੇਖਦੇ ਹਾਂ ਮੰਦਿਰਾਂ 'ਚ, ਇਹਨੂੰ ਸ਼ੁੱਧ ਮੰਨਿਆ ਜਾਂਦਾ ਹੈ। ਅੱਜ ਤੁਸੀਂ ਉੱਥੇ ਵੀ ਦੇਖੇ ਹੋਣਗੇ ਚਮੇਲੀ ਦੇ ਫੁੱਲ ਪਏ ਹੈ। ਚਮੇਲੀ ਦਾ ਫੁੱਲ ਨੂੰ ਅਸੀਂ ਇੱਥੇ ਯੂਜ਼ ਕਰਦੇ ਹਾਂ। ਉਹ ਕੁਝ ਫੁੱਲ ਤੁਹਾਨੂੰ ਦਿਖਾਤੇ, ਉਹਦਾ ਕੁਝ ਪੇਸਟ ਬਣ ਕੇ ਇਸ ਦਵਾਈ 'ਚ ਪਿਆ। ਬੇਸਿਕਲੀ ਚਮੇਲੀ ਵੀ ਇੱਕ ਇਹੋ ਜਿਹੀ ਹਰਬ ਹੈ ਜੋ ਭ੍ਰਿੰਗਰਾਜ ਜਿਵੇਂ ਆਪਾਂ ਸਭ ਪੋਪੂਲਰ ਮੰਨਦੇ ਹਾਂ, ਇਹ ਉਹ ਹਰਬਸ ਹੈ ਜੋ ਹੇਅਰ ਫੋਲੀਕਲ ਨੂੰ ਲਿਆਉਣ 'ਚ ਤੇ ਸਟਰੋਂਗ ਬਣਾਉਣ 'ਚ ਬਹੁਤ ਹੈਲਪਫੁਲ ਹੈ। ਔਰ ਇਹ ਹਸਤੀ ਦੰਤ ਭਸਮ ਔਰ ਸੁਸ਼ਰੁਤ ਔਰ ਵੈਦ ਸਾਹਿਬ, ਇਹਦੇ ਨਾਲ ਦਾਵਾ ਚਲੋ ਉਹ ਲੋਕ ਕਰਦੇ ਨੇ ਜੋ ਠੀਕ ਹੋ ਕੇ ਗਏ ਨੇ ਕਿ ਹਾਂਜੀ ਸਾਡੇ ਵਾਲ ਵਾਪਸ ਆ ਗਏ ਹੋਏ ਆ। ਟ੍ਰੀਟਮੈਂਟ ਹੁੰਦਾ, ਥਿਊਰੀ ਜੋ ਹੁੰਦੀ ਹੈ ਬਿਨਾਂ ਪ੍ਰੈਕਟੀਕਲ ਤੋਂ ਬਿਲਕੁਲ ਬੇਬੁਨਿਆਦ ਹੁੰਦੀ ਹੈ। ਜੇ ਚਿੜੀ ਦੇ ਖੰਭ ਆ ਗਏ, ਜੇ ਉਹਨੂੰ ਉੜਨਾ ਹੀ ਨਹੀਂ ਆਇਆ ਤਾਂ ਫਿਰ ਉਹਦੇ ਖੰਭਾਂ ਦਾ ਕੀ ਫਾਇਦਾ। ਔਰ ਇਹ ਜੋ ਹੈ ਇਸ ਨੂੰ ਪ੍ਰਛੰਨਾ ਕਹਿੰਦੇ ਨੇ, 5000 ਸਾਲ ਪੁਰਾਣਾ ਗ੍ਰੰਥ ਹੈ, ਉਹਦੇ 'ਚ ਇਹਦਾ ਉਲੇਖ ਹੈਗਾ। ਰੇਟ ਨਹੀਂ ਦੱਸਿਆ, ਰੇਟ ਤੁਸੀਂ ਆਪ ਮਿਹਨਤ ਕਰੋ, ਪਤਾ ਕਰੋ। ਜੇ ਤੁਹਾਨੂੰ ਤੁਹਾਡੇ ਲਈ ਤੁਸੀਂ ਧਿਆਨ ਰੱਖਦੇ ਹੋ ਜਾਂ ਤੁਹਾਨੂੰ ਚੀਜ਼ਾਂ ਦੇ ਬਾਰੇ ਪਤਾ ਕਰਨਾ ਹੈ ਤਾਂ ਥੋੜ੍ਹੀ ਜਿਹੀ ਮਿਹਨਤ ਤੁਹਾਨੂੰ ਵੀ ਕਰਨੀ ਪਏਗੀ। ਕੈਮਰੇ ਦੇ ਸਾਥ ਦੇ ਰਹੇ ਸੀਗੇ ਸੁਖਵਿੰਦਰ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।